ਲਗਾਤਾਰ 4 ਮਹੀਨਿਆਂ ਤੋਂ ਕਿਸਾਨੀ ਅੰਦੋਲਨ ਦਿੱਲੀ ਬਾਰਡਰ ਤੇ ਚੱਲ ਰਿਹਾ ਹੈ ਤੇ ਪੂਰੇ ਪੰਜਾਬ ਭਰ ਨਹੀਂ ਪੂਰੇ ਦੇਸ਼ ਤੋਂ ਕਿਸਾਨ ਉੱਥੇ ਪਹੁੰਚ ਕੇ ਸ਼ਮੂਲੀਅਤ ਕਰ ਰਿਹਾ ਹੈ ਅਤੇ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰ ਰਿਹਾ ਹੈ। ਅਗਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਤਾਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਹੀ ਹੈ, ਲੇਕਿਨ ਅੱਜ ਕੱਲ੍ਹ ਦੀ ਪਨੀਰੀ ਯਾਨੀ ਕਿ ਛੋਟੇ ਬੱਚਿਆਂ 'ਚ ਵੀ ਕਾਫੀ ਉਤਸ਼ਾਹ ਹੈ ਕਿ ਉਹ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਣ ਤੇ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰਕੇ ਉਹਨਾਂ ਬਿੱਲਾਂ ਨੂੰ ਰੱਦ ਕਰਵਾਉਣ। ਜਿਸ ਦੇ ਚਲਦੇ ਇੱਕ ਖਬਰ ਅਸੀਂ ਪਹਿਲਾਂ ਵੀ ਕੀਤੀ ਸੀ, ਜਿਸ ਵਿੱਚ 14 ਸਾਲ ਦਾ ਬੱਚਾ ਜਿਹੜਾ ਹੈ ਉਹ ਸਾਈਕਲ ਦੇ ਉੱਤੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਗਿਆ ਸੀ। ਲੇਕਿਨ ਅੱਜ ਅਸੀਂ ਇੱਕ ਦੂਸਰੀ ਖਬਰ ਕਰਨ ਆਏ ਹਾਂ। ਅੰਮ੍ਰਿਤਸਰ ਅਲਫਾ 1 ਨਜ਼ਦੀਕ ਰਹਿਣ ਵਾਲਾ ਇੱਕ ਛੋਟਾ ਬੱਚਾ ਜਿਹਦੇ ਵੱਲੋਂ ਪਾਵਰ ਬੈਂਕ ਖੁਦ ਤਿਆਰ ਕੀਤੇ ਜਾ ਰਹੇ ਆ ਕਿ ਪਾਵਰ ਬੈਂਕ ਤਿਆਰ ਕਰਕੇ ਕਿਸਾਨੀ ਅੰਦੋਲਨ 'ਚ ਜਾ ਕੇ ਕਿਸਾਨਾਂ ਨੂੰ ਉਹ ਪਾਵਰ ਬੈਂਕ ਜਿਹੜੇ ਆ ਉਹ ਦਿੱਤੇ ਜਾਣ। ਹਾਲਾਂਕਿ ਪਾਵਰ ਬੈਂਕ ਕਾਫੀ ਹੱਦ ਤੱਕ ਉਸ ਬੱਚੇ ਵੱਲੋਂ ਤਿਆਰ ਕੀਤੇ ਵੀ ਗਏ ਆ। ਅਸੀਂ ਬੱਚੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਪਾਵਰ ਬੈਂਕ ਤਿਆਰ ਕੀਤੇ ਜਾਣ ਤੇ ਉੱਥੇ ਕਿਸਾਨਾਂ ਨੂੰ ਪਹੁੰਚਾਏ ਜਾਣ। ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਹੈ ਬੇਟਾ ਤੁਹਾਡਾ? ਹਾਂਜੀ, ਮੇਰਾ ਨਾਮ ਗੁਰਜੋਤ ਸਿੰਘ ਹੈ। ਗੁਰਜੋਤ ਜੀ, ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਪਾਵਰ ਬੈਂਕ ਤਿਆਰ ਕੀਤੇ ਜਾਣ ਤੇ ਕਿਸਾਨੀ ਅੰਦੋਲਨ 'ਚ ਪਹੁੰਚਾਏ ਜਾਣ? ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਦੇ ਨਾਲ ਜੁੜੇ ਹਾਂ। ਅਸੀਂ ਅੰਮ੍ਰਿਤਸਰ ਵੀ ਟੋਲ 'ਤੇ ਲਗਾਤਾਰ ਜਾਂਦੇ ਹਾਂ ਅਤੇ ਹੁਣ ਫਿਲਹਾਲ ਹੀ ਦਿੱਲੀ ਵੀ ਹੋ ਕੇ ਆਏ ਹਾਂ। ਜਿਹੜਾ ਵੇਖਿਆ ਕਿਸਾਨਾਂ ਨੂੰ ਮਤਲਬ ਸਾਰੀ ਚੀਜ਼ ਦੀ ਉੱਥੇ ਸਹੂਲਤਾਂ ਹੈਗੀਆਂ ਵਾ। ਲੰਗਰ ਦੀ ਵੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਲੰਗਰ ਖੁੱਲ੍ਹਾ ਉਹਨਾਂ ਕੋਲ, ਸੇਵਾ ਵੀ ਬਾਕੀ ਬੜੀਆਂ ਹੈਗੀਆਂ। ਮੇਨ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ ਉਹ ਕਨੈਕਟੀਵਿਟੀ ਦੀ, ਫੋਨ ਡਿਸਚਾਰਜ ਦੀ ਆ। ਕਿਸੇ ਨਾਲ ਗੱਲ ਨਹੀਂ ਕਰ ਪਾਉਂਦੇ, ਸੰਪਰਕ ਨਹੀਂ ਕਰ ਪਾਉਂਦੇ ਅਤੇ ਉੱਥੇ ਜਿੱਦਾਂ ਰੋਡ 'ਤੇ ਬੈਠੇ ਆ ਅਤੇ ਉੱਥੇ ਇਲੈਕਟ੍ਰੀਸਿਟੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਵੀ ਨਹੀਂ ਕੀਤੀ ਜਾਂਦੀ ਅਤੇ ਉੱਥੇ ਮਤਲਬ ਬੜੀ ਪ੍ਰੋਬਲਮ, ਉਹ ਘਰ-ਬਾਰ ਨਾਲ ਵੀ ਨਹੀਂ ਕਰ ਪਾਉਂਦੇ। ਤਾਂ ਤੁਹਾਨੂੰ ਲੱਗਾ ਕਿ ਬੜਾ ਮੁਸ਼ਕਿਲ ਹੈ ਉਹਨਾਂ ਨੂੰ। ਸਾਨੂੰ ਵੀ ਪਤਾ ਵਾ ਕਿ ਜਦੋਂ ਫੈਮਿਲੀ ਨਾਲ ਗੱਲ ਨਾ ਹੋਵੇ ਕਿੰਨੀ ਹਾਈਪਰਸਿਟੀ ਕ੍ਰੀਏਟ ਹੋ ਜਾਂਦੀ ਆ। ਅਤੇ ਫਿਰ ਇਹ ਸੋਚਿਆ ਕਿ ਉਹਨਾਂ ਨੂੰ ਮਤਲਬ ਕਿੱਦਾਂ ਦੱਸਿਆ ਹੋਵੇ ਕਿ ਲੈ ਲਓ ਦੀ ਪਾਵਰ ਬੈਂਕ ਅਵੇਲੇਬਲ ਹੁੰਦੇ ਆ। ਕਿਸਾਨਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ, ਇਹਨੂੰ ਬੋਲਿਆ ਵਾ ਉਹ, ਬਟ ਮਤਲਬ ਪੋਸੀਬਲ ਨਹੀਂ ਹੀ, ਅਫੋਰਡੇਬਲ ਨਹੀਂ ਹੈ। ਮਾਰਕੀਟ ਬਹੁਤ ਮਤਲਬ ਐਕਸਪੈਂਸਿਵ ਆ। ਜਿਨ੍ਹਾਂ ਕੋਲ ਛੋਟੇ ਛੋਟੇ ਫੋਨ ਹੀ ਨੋਕੀਆ ਵਾਲੇ, ਉਹ ਪਾਵਰ ਬੈਂਕ ਇੰਨੇ 2-2 ਹਜ਼ਾਰ ਦੇ ਕਿਉਂ ਲੈਣਗੇ? ਅਤੇ ਫਿਰ ਇਹ ਸੋਚਿਆ ਬੜੀ ਸਮੱਸਿਆ ਜਿੱਦਾਂ ਉੱਥੇ ਟਰਾਲੀਆਂ 'ਚ ਅਵੇਲੇਬਲ ਆ, ਮਤਲਬ ਮੁਮਕਿਨ ਨਹੀਂ ਆ। ਫਿਰ ਇਹ ਆਈਡੀਆ ਆਇਆ ਦਾ। ਪਰ ਅਗਰ ਗੱਲ ਕੀਤੀ ਜਾਵੇ ਦਿੱਲੀ ਦੀ, ਤਾਂ ਉੱਥੇ ਟਰਾਲੀਆਂ ਵੀ ਮੌਜੂਦ ਹੈ ਜਿਨ੍ਹਾਂ 'ਚ ਇਲੈਕਟ੍ਰੀਸਿਟੀ ਦਾ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ। ਅਗਰ ਟਰਾਲੀਆਂ ਜਾਂਦੀਆਂ ਵੀ ਹੈ ਅਤੇ ਉਹਨਾਂ 'ਚ ਵੀ ਇੱਕ ਛੋਟਾ ਸੋਲਰ ਸਿਸਟਮ ਲੱਗਾ ਹੁੰਦਾ, ਜਿਹੜੀ ਮੋਬਾਇਲ ਚਾਰਜਿੰਗ ਦੀ ਆਪਸ਼ਨ ਹੁੰਦੀ ਹੈ। ਕਿਸਾਨ ਪੂਰਾ ਅਰੇਂਜਮੈਂਟ ਕਰਕੇ ਜਾਂਦੇ ਆ। ਫਿਰ ਕਿੱਦਾਂ ਲੱਗਾ ਕਿ ਪਾਵਰ ਬੈਂਕ ਦੀ ਜ਼ਿਆਦਾ ਜ਼ਰੂਰਤ ਹੈ ਉੱਥੇ? ਜਿੱਦਾਂ ਅਸੀਂ ਵੇਖਿਆ ਟਰਾਲੀਆਂ ਵੀ ਲਿਮਿਟਡ ਹੀ ਆ। ਹੁਣ ਵੱਧ ਤੋਂ ਵੱਧ ਇੱਕ ਟਰਾਲੀ 'ਚ 300 ਚਾਹੇ ਲਗਾ ਲੈਣ, ਚਾਹੇ ਪੂਰੀ ਟਰਾਲੀ ਜਦੋਂ ਇਲੈਕਟ੍ਰਿਕ ਹੋ ਗਈ ਆ, ਬਟ ਕਿਸਾਨ ਦੇ ਤਾਂ ਲੱਖਾਂ ਦੀ ਤਾਦਾਦ ਵਿੱਚ ਗਏ ਆ। ਹੁਣ ਜਿੱਦਾਂ ਅਸੀਂ ਵੇਖਿਆ ਕਿ ਸਿੰਘੂ ਬਾਰਡਰ ਵੀ ਐਕਸਟੈਂਡਡ ਆ, ਕਿਹੜਾ ਵੀ ਦਿੱਲੀ ਦਾ ਬਾਰਡਰ ਐਕਸਟੈਂਡਡ ਕਿਲੋਮੀਟਰਸ ਐਕਸਟੈਂਡਡ ਆ। ਜਦੋਂ ਕਿਸੇ ਨੂੰ ਐਮਰਜੈਂਸੀ ਆਉਂਦੀ, ਉਹ ਮਤਲਬ ਤੁਰ ਕੇ ਇੱਧਰ ਜਾ ਨਹੀਂ ਸਕਦਾ ਟਰਾਲੀ ਤੱਕ। ਅਤੇ ਪਹਿਲਾਂ ਕਈ ਵਾਰ ਪਤਾ ਨਹੀਂ ਹੁੰਦਾ, ਬਾਈ ਚਾਂਸ ਉਹਦਾ ਫੋਨ ਡਿਸਚਾਰਜ ਹੋਇਆ, ਐਮਰਜੈਂਸੀ ਅਚਾਨਕ ਆ ਜਾਏ, ਮਤਲਬ ਤੁਰਦੇ ਟਰਾਲੀ 'ਤੇ ਜਾਊਗਾ ਨਹੀਂ ਕਿ ਪਹਿਲਾਂ ਕਨੈਕਟ ਕਰਾਂ। ਉਹਨੂੰ ਕੁਛ ਪੋਰਟੇਬਿਲਿਟੀ ਅਵੇਲੇਬਲ ਆ। ਤਾਂ ਇਹ ਵੀ ਪਲਾਨ ਕੀਤਾ ਕਿ ਜਿਹੜਾ ਇੱਕ ਪੁਆਇੰਟ ਆ ਥੋੜ੍ਹੇ ਜਿਹੇ ਡਿਸਟੈਂਸ ਵਿੱਚ, ਉਹਦੇ ਪ੍ਰੋਵਾਈਡ ਕੀਤਾ ਵਾ। ਦੇ ਦਿਓ ਕਿਸੇ ਨੂੰ ਐਮਰਜੈਂਸੀ ਹੋ, ਨਾਲ ਦੇ ਨਾਲ ਪੋਰਟੇਬਲ ਚਾਰਜਰ ਪਲੱਗ ਇਨ ਕਰਕੇ ਫੋਨ ਕਰ ਲਏ ਕਿਸੇ ਨੂੰ ਵੀ। ਪਰ ਪਾਵਰ ਬੈਂਕ ਤਾਂ ਉੱਥੇ ਵੀ ਬੜੇ ਮਿਲਦੇ ਪਏ ਆ, ਸਸਤੇ ਮਿਲਦੇ ਪਏ। 600-700 ਰੁਪਏ 'ਚ ਪਾਵਰ ਬੈਂਕ ਉੱਥੇ ਮਿਲਦਾ ਪਿਆ। ਛੋਟੇ ਛੋਟੇ ਉੱਥੇ ਦੇ ਲੋਕਲਸ ਰਹਿਣ ਵਾਲੇ ਲੋਕਾਂ ਨੇ ਰੇਹੜੀ ਫੜੀਆਂ ਲਗਾ ਕੇ ਪਾਵਰ ਬੈਂਕ, ਮੋਬਾਇਲ ਚਾਰਜਰ, ਜਿਹੜੀਆਂ ਵਾਇਰਸ, ਹੋਰ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਵੇਚਦੇ ਪਏ ਆ। ਅਤੇ ਤੁਹਾਡੇ ਪਾਵਰ ਬੈਂਕ 'ਚ ਕੀ ਖਾਸ ਹੈ? ਹੁਣ ਜਿੱਦਾਂ ਕਿ ਇਹ ਵੇਖਣ ਡਿਆ ਕਿ ਜਿਹੜੇ ਮਾਰਕੀਟ 'ਚ ਪਾਵਰ ਬੈਂਕ ਅਵੇਲੇਬਲ ਆ, ਉਹ ਆ ਕੁੱਲ 1200 ਤੋਂ ਲੈ ਕੇ 1800 ਤੱਕ। ਹੁਣ ਜਿਹੜੇ ਤੁਸੀਂ ਕਿਹਾ ਵਾ ਮਤਲਬ 600-700 ਵਿੱਚ, ਉਹ ਕੋਈ ਅਵੇਲੇਬਲ ਨਹੀਂ ਆ। ਉਹ ਵੀ ਮਤਲਬ ਕਿ ਕੰਪਨੀ ਦਿੰਦੀ ਆ। ਅਸੀਂ ਵੀ ਇੱਕ ਵਾਰ ਲਿਆ ਕੇ ਵੇਖਿਆ ਸਟਾਰਟਿੰਗ 'ਚ ਕਿ ਵੇਖੀਏ ਜਿਹੜੇ ਸਸਤੇ ਆ, ਔਨਲਾਈਨ ਅਵੇਲੇਬਲ ਵੀ ਆ। ਅਸੀਂ ਉਹਨੂੰ ਵੇਖਿਆ, ਖੋਲ੍ਹ ਕੇ ਵੇਖਿਆ, ਉਹਦੇ ਅੰਦਰ ਸਾਨੂੰ ਇੰਨਾ ਵੱਡਾ ਫਰੋਡ, ਚਲੋ ਬ੍ਰਾਂਡ ਦਾ ਨਾਮ ਨਹੀਂ ਦੱਸਦੇ, ਇੰਨਾ ਵੱਡਾ ਫਰੋਡ ਵੇਖਿਆ ਕਿ ਜਿਹੜਾ ਪਾਵਰ ਵਧਾਉਣ ਲਈ ਉਹ 7 ਬੈਟਰੀਆਂ ਪਾ ਦਿੰਦੀ ਆ। ਉਹਦੇ ਅੰਦਰ ਵਰਕਿੰਗ ਜਿਹੜੀ ਬਸ 3 ਬੈਟਰੀਜ਼ ਹੁੰਦੀ ਆ। ਮਤਲਬ 7 ਬੈਟਰੀ ਵਾਈ ਮਤਲਬ ਪਾਵਰ ਵਧਾਉਣ ਲਈ ਕਰ ਦਿੰਦੀ ਆ, ਪਬਲਿਕ ਨੂੰ ਫਰੋਡ ਕਰਦੀ ਆ। ਤੁਹਾਨੂੰ ਲੱਗਾ ਕਿਸਾਨਾਂ ਨਾਲ ਉਹ ਨਹੀਂ ਕਰਨਾ ਚਾਹੀਦਾ। ਕਿਸਾਨਾਂ ਨਾਲ ਮਤਲਬ ਬੜੀ ਕਦੀ ਮੁਸ਼ਕਿਲ ਵੀ ਹੋ ਸਕਦੀ ਆ, ਮਤਲਬ ਭੁਲੇਖੇ 'ਚ ਰਹਿ ਜਾਣ ਇੱਦਾਂ। ਤੁਸੀਂ ਕਿੰਨੀ ਕੋਸਟ 'ਤੇ ਕਿਸਾਨਾਂ ਨੂੰ ਇਹ ਪਾਵਰ ਬੈਂਕ ਦੇ ਰਹੇ ਹੋ? ਕਿਸਾਨਾਂ ਲਈ ਤਾਂ ਫ੍ਰੀ ਆ, ਬਟ ਅਗਰ ਨੋਰਮਲ ਪਬਲਿਕ ਨੂੰ ਵੀ ਚਾਹੀਦਾ ਤਾਂ ਉਹਨੂੰ 450 ਰੱਖੀ, ਜਿਹੜੀ ਕਿ ਮਿਨੀਮਮ ਆ, ਐਂਡ ਜਿਹਦੇ ਨਾਲ ਹੀ ਬਿਲਡਅਪ ਹੋ ਜਾਂਦਾ। ਨਹੀਂ, ਜਿਹੜਾ ਦਿੱਲੀ ਕਿਸਾਨ ਬੈਠੇ ਆ ਧਰਨੇ ਤੇ, ਜਿੱਥੇ ਤੁਸੀਂ ਪਾਵਰ ਬੈਂਕ ਭੇਜਦੇ ਪਏ, ਉਹਨਾਂ ਨੂੰ ਕੋਸਟ ਕਰਦੇ ਪਏ ਜੇ ਇੱਕ ਫ੍ਰੀ ਆਫ ਕੋਸਟ ਹੈ? ਕਿਸਾਨਾਂ ਨੂੰ ਫ੍ਰੀ ਆ, ਜਿਹੜੇ ਵੀ ਧਰਨੇ 'ਤੇ ਬੈਠੇ ਫ੍ਰੀ ਆ ਕਿਸਾਨਾਂ ਲਈ। ਠੀਕ ਹੈ। ਤਾਂ ਜਦੋਂ ਕਿੰਨੇ ਕੁ ਪਾਵਰ ਬੈਂਕ ਹੁਣ ਤੱਕ ਤੁਸੀਂ ਦਿੱਲੀ ਧਰਨੇ ਤੇ ਭੇਜ ਚੁੱਕੇ ਜੀ? ਹੁਣ ਤੱਕ ਕਿਸਾਨਾਂ ਲਈ ਤਾਂ ਅਣਗਿਣਤ ਭੇਜ ਚੁੱਕੇ ਆ। ਦਿੱਲੀ ਆ ਕੇ ਵੀ ਆਏ ਆ ਅਤੇ ਅੰਮ੍ਰਿਤਸਰ ਵੀ ਜਿੱਥੇ ਹੈਗੇ ਆ ਇਹਨਾਂ ਨੂੰ ਵੰਡ ਚੁੱਕੇ ਆ। ਅਤੇ ਇੱਥੋਂ ਵੀ ਜਿਹੜੇ ਟਰਾਲੀਆਂ ਅੱਗੇ ਲੰਘਦੀਆਂ ਵਾ ਦਿੱਲੀ ਨੂੰ ਜਾਂਦੀਆਂ, ਉੱਥੇ ਵੀ ਪਾ ਦਿੰਦੇ ਕਿ ਮਤਲਬ ਸਪੀਡ ਤੋਂ ਸਪੀਡ ਜਿੱਦਾਂ ਵੀ ਪਹੁੰਚਾਇਆ ਜਾਣ ਉਹਨਾਂ ਤੱਕ। ਐਮਰਜੈਂਸੀ ਆ, ਜਲਦੀ ਤੋਂ ਜਲਦੀ ਜਿੱਦਾਂ ਪਹੁੰਚਾਇਆ ਜਾਣ ਪਹੁੰਚਣ। 14 ਸਾਲ ਦੀ ਉਮਰ ਹੈ ਪਾਵਰ ਬੈਂਕ ਬਣਾਉਣ 'ਚ, ਫਿਰ ਦਿਹਾੜੀ 'ਚ ਕਿੰਨਾ ਟਾਈਮ ਦਿੰਦੇ ਜੀ? ਕਿਉਂਕਿ ਸਕੂਲ ਵੀ ਜਾਂਦੇ ਹੋਵੋਗੇ, ਸਟੱਡੀ ਵੀ ਹੈ, ਤਾਂ ਕਿੰਨਾ ਟਾਈਮ ਸਟੱਡੀ ਲਈ ਕੱਢ ਪਾਉਂਦੇ ਜੇ ਪਾਵਰ ਬੈਂਕ 'ਚ? ਮਤਲਬ ਸਟੱਡੀ ਵੀ ਹੋ ਜਾਂਦੀ ਹੈ, ਮਤਲਬ ਕੋਈ ਫੋਰਸ ਨਹੀਂ ਆ। ਇਹ ਕੋਈ ਮਤਲਬ ਸਟੱਡੀ ਤੋਂ ਵੱਖਰੀ ਚੀਜ਼ ਨਹੀਂ ਆ। ਜਿੱਦਾਂ ਟੈਕਨੀਕਲ ਚੀਜ਼ ਕੋ ਬਿਲਡ ਕਰਨੀ, ਇਹ ਵੀ ਬਹੁਤ ਮਤਲਬ ਪ੍ਰੈਕਟੀਕਲ ਇੱਕ ਸਟੱਡੀ ਆ। ਪ੍ਰੈਕਟੀਕਲੀ ਅਤੇ ਇੰਜੋਇਮੈਂਟ ਵੀ ਹੈ। ਦੇਖੋ ਕਿ ਅੰਦਾ ਤੈਨੂੰ ਆਪਣੀ ਕੋਈ ਸੇਵਾ ਕਰਨੀ ਆ, ਅੰਦਾ ਤੈਨੂੰ ਪ੍ਰੋਵਾਈਡ ਕਰਨਾ ਵਾ। ਇੰਨੇ ਵੱਡੇ ਕਿਸਾਨ ਅੰਦੋਲਨ 'ਚ ਮੇਰਾ ਇੱਕ ਸਹਿਯੋਗ ਹੋ ਗਿਆ, ਬਹੁਤ ਵਧੀਆ ਮਤਲਬ ਖੁਸ਼ੀ ਹੁੰਦੀ ਇਹਦੇ ਨਾਲ। ਤਾਂ ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਹੈ? ਪਰਿਵਾਰ ਜਿੱਦਾਂ ਜੁਆਇੰਟ ਫੈਮਿਲੀ 'ਚ ਰਹਿੰਦੇ ਆ, ਸਾਰੇ ਸਹਿਯੋਗ ਕਰਦੇ ਆ, ਹੈਂਡ ਟੂ ਹੈਂਡ ਜਿਹੜੀ ਹੈਲਪਸ ਆ
ਕੋਈ ਪਾਈਪ ਕੱਢ ਦਿੰਦਾ, ਕੋਈ ਕੁਛ ਕਰ ਦਿੰਦਾ, ਹੈਂਡ ਟੂ ਹੈਂਡ ਮਤਲਬ ਬਹੁਤ ਸਾਰੀ ਹੈਲਪ ਹੈ। ਫੈਕਟਰੀਜ਼ ਵਿੱਚ ਵੀ ਮਸ਼ੀਨਸ ਆ, ਉਹਨਾਂ ਦੀ ਬੜੀ ਮਤਲਬ ਹੈਂਡਲਿੰਗ ਹੁੰਦੀ ਹੈ ਅਤੇ 2 ਹੱਥਾਂ ਨਾਲ ਕਦੀ ਕੁਛ ਹੋ ਨਹੀਂ ਸਕਦਾ। ਸਪੋਰਟਸ ਦੀ ਲੋੜ ਹੀ ਪੈਂਦੀ ਹੈ ਅਤੇ ਉਹ ਹੋ ਗਿਆ। ਅਤੇ ਜਿਹੜੇ ਫਾਈਨੈਂਸ਼ੀਅਲ ਸਪੋਰਟ ਆ, ਮਨੀ ਪ੍ਰੋਵਾਈਡਿੰਗ, ਜਿਹੜੇ ਮੈਨੂੰ ਖਰੀਦ ਕੇ ਚੀਜ਼ਾਂ ਲੈਂਦੇ, ਉਹ ਮੇਰੇ ਪਾਪਾ ਕਰਦੇ ਆ। ਤਾਂ ਜਦੋਂ ਪਹਿਲਾਂ ਪਾਵਰ ਬੈਂਕ ਤਿਆਰ ਕੀਤਾ, ਸਭ ਤੋਂ ਪਹਿਲਾਂ ਪਾਵਰ ਬੈਂਕ ਤਿਆਰ ਕੀਤਾ, ਕਿ ਫੈਮਿਲੀ ਦੀ ਪੂਰੀ ਸਪੋਰਟ ਸੀ ਜਾਂ ਘਰ ਦੇ ਮੰਨ ਗਏ ਸੀ ਕਿ ਨਹੀਂ ਮੰਨੇ ਕਿ ਇਹ ਛੱਡੋ ਪਰੇ, ਕਿੱਥੇ ਇੰਨੇ ਪਾਵਰ ਬੈਂਕ ਤਿਆਰ ਕਰੋਗੇ? ਕਿ ਜਦੋਂ ਤੁਸੀਂ ਕਿਹਾ ਪਾਪਾ ਮੈਂ ਪਾਵਰ ਬੈਂਕ ਤਿਆਰ ਕਰਨੇ ਆ ਕਿਸਾਨਾਂ ਵਾਸਤੇ, ਤਾਂ ਉਹਨਾਂ ਨੇ ਕਿਹਾ ਠੀਕ ਆ ਵੀ ਹਾਂ ਮੈਂ ਪੈਸੇ ਦੇ ਦਿੰਦਾ, ਕੀ ਸੀ ਮਾਹੌਲ? ਪਹਿਲਾਂ ਜਦੋਂ ਦਿੱਲੀ ਤੋਂ ਆਉਣ ਡੇ ਸੀ, ਆਪਸ ਲੌਟਣ ਡੇ ਸੀ, ਅਤੇ ਉਦੋਂ ਸਾਨੂੰ ਪਾਵਰ ਬੈਂਕ ਦੀ ਸਮਝ ਆ ਗਈ ਸੀ ਕਿ ਉਹਨਾਂ ਨੂੰ ਬੜੀ ਪ੍ਰੋਬਲਮ ਆ। ਅਤੇ ਰਸਤੇ ਆਉਂਦੇ ਆਉਂਦੇ ਸੋਚਣ ਡੇ ਸੀ, ਮੈਂ ਵੀ ਆਪਣੇ ਬੜੇ ਆਈਡੀਆ ਦਿੱਤੀ ਕਿ ਉਹਨਾਂ ਸੋਲਰ ਉੱਥੇ ਕੀ ਨਾ ਪਾ ਦਈਏ ਕਿ ਉੱਥੇ ਬੈਟਰੀ ਚਾਰਜ ਹੋ ਜਾਇਆ ਕਰੇ ਹਰ ਪੁਆਇੰਟ 'ਤੇ ਸੋਲਰ, ਬਟ ਉਹ ਵੀ ਪੋਸੀਬਲ ਨਹੀਂ ਸੀ। ਬੜੇ ਮੈਨੂੰ ਆਈਡੀਆ ਦਿੱਤੇ, ਬਟ 2-3 ਦਿਨ ਵੇਖਿਆ ਕਿ ਰਿਸਪੌਂਸ ਨਹੀਂ ਇਹਨਾਂ ਦਾ, ਐਕਟਿਵ ਰਿਸਪੌਂਸ ਨਹੀਂ ਸੀ। ਅਤੇ ਫਿਰ ਮੈਂ ਵੇਖਿਆ ਦੇਦਾ ਕਿ ਪਹਿਲਾਂ ਸਟੱਡੀ ਕਰ ਲਈ ਸੀ, ਮੈਨੂੰ ਪਤਾ ਪਾਵਰ ਬੈਂਕ ਦਾ ਬਣ ਜਾਣਾ, ਈਜ਼ਲੀ ਬਣ ਜਾਣਾ, ਤਾਂ ਹੋ ਜਾਣਾ ਪ੍ਰੋਫਿਟੇਬਲ। ਅਤੇ ਮੈਂ ਉਹਨਾਂ ਨੂੰ ਬੋਲਣ ਡਿਆ ਕਿ ਇਹਦਾ ਲੈ ਦਿਓ। ਫਿਰ ਮੈਂ ਆਪਣੇ ਮਤਲਬ ਜਿਹੜਾ ਪਿਗੀ ਬੈਂਕ ਸੀ ਮੇਰਾ, ਉਹਨੂੰ ਬ੍ਰੇਕਅਪ ਕੀਤਾ ਅਤੇ ਜਿਹੜਾ ਲਿਸਟ ਇਹਦਾ ਬਲੂ ਪ੍ਰਿੰਟ ਸੀ, ਉਹ ਇਹਨਾਂ ਨੂੰ ਪ੍ਰੋਵਾਈਡ ਕੀਤਾ ਕਿ ਇੰਨੀ ਚੀਜ਼ਾਂ 'ਚ ਆਰਾਮ ਨਾਲ ਆ ਜਾਣਾ ਵਾ, ਪਹਿਲਾਂ ਮੈਂ ਐਕਸਪੈਰੀਮੈਂਟ ਕਰੂੰਗਾ ਅਤੇ ਅਗਰ ਪਾਸ ਹੋਊਗਾ ਫਿਰ ਤਾਂ ਮੈਨੂੰ ਪਰਮਿਸ਼ਨ ਦੇ ਦਿਓ। ਅਤੇ ਜਿਹੜਾ ਪਹਿਲਾ ਪੀਸ ਸੀ ਉਹ 1 ਹਫ਼ਤੇ 'ਚ ਪੂਰਾ ਜਿਹੜਾ ਬਣ ਚੁੱਕਿਆ ਸੀ, ਅਤੇ ਉਮੀਦ ਤੋਂ ਵਧੀਆ ਪਰਫੋਰਮ ਕੀਤਾ ਉਹਨਾਂ ਨੇ। ਤਾਂ ਜਦੋਂ ਪਹਿਲਾਂ ਤੁਸੀਂ ਪਿਗੀ ਬੈਂਕ ਤੋੜਿਆ, ਤਾਂ ਕਿੰਨੀ ਕੁ ਖੁਸ਼ੀ ਹੋਈ ਕਿ ਮੈਂ ਕਿਸਾਨੀ ਅੰਦੋਲਨ ਲਈ ਪਿਗੀ ਬੈਂਕ ਤੋੜ ਕੇ ਜਿਹੜਾ ਪਾਵਰ ਬੈਂਕ ਤਿਆਰ ਕਰ ਰਿਹਾ? ਪਿਗੀ ਬੈਂਕ ਜਿੱਦਾਂ ਹੁਣ ਮਨੀ ਲਾਸ ਹੋਇਆ, ਬਟ ਉਹਦਾ ਉਹ ਨਹੀਂ ਕਿ ਦੁੱਖ ਨਹੀਂ ਸੀ ਮਨੀ ਲਾਸ ਹੋਇਆ, ਉਹਦੀ ਮਤਲਬ ਐਕਸਟਰਾ ਖੁਸ਼ੀ ਸੀ। ਇੰਨਾ ਵੱਡਾ ਜਿਹੜਾ ਅੰਦੋਲਨ ਚੱਲਣਾ, ਤੇ ਉਸ 'ਚ ਮੇਰਾ ਯੋਗਦਾਨ ਹੋਣ ਲੱਗਾ ਵਾ, ਕੋਈ ਸ਼ੁਰੂਆਤ ਹੋਣ ਲੱਗੀ ਆ, ਅਤੇ ਮੈਂ ਵੀ ਜਿਹੜਾ ਟੈਕਨੀਕਲ ਚੀਜ਼ ਪਹਿਲੀ ਵਾਰ ਬਿਲਡ ਕਰਨ ਲੱਗਾ, ਇਹਦਾ ਪਾਸ ਹੋਣ ਲੱਗਾ ਹੈ। ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਜਿਹੜਾ ਪਾਈਪ ਹੁੰਦੀ ਪਲਾਸਟਿਕ ਦੀ, ਉਹਨੂੰ ਨਾਲ ਇਸਤੇਮਾਲ ਕੀਤਾ ਜਾਵੇ ਪਾਵਰ ਬੈਂਕ ਲਈ? ਕਿਉਂਕਿ ਅਗਰ ਆਪਾਂ ਦੂਸਰੇ ਪਾਵਰ ਬੈਂਕ ਕੰਪਨੀਜ਼ ਦੇ ਦੇਖ ਲਈਏ, ਤਾਂ ਉਹ ਦੂਸਰੀ ਪਲਾਸਟਿਕ ਜਿਹੜੀ ਹੁੰਦੀ ਹੈ ਉਸੇ ਹਿਸਾਬ ਨਾਲ ਤਿਆਰ ਕੀਤੀ ਹੁੰਦੀ, ਪਰ ਤੁਸੀਂ ਇਹਨੂੰ ਜਿਹੜਾ ਜੁਗਾੜ ਲਗਾਇਆ, ਕਿਉਂਕਿ ਪੰਜਾਬੀ ਉੱਦਾਂ ਵੀ ਜੁਗਾੜ 'ਚ ਸਭ ਤੋਂ ਅੱਗੇ ਹੁੰਦੇ, ਜੁਗਾੜ ਲਾਇਆ ਪਾਈਪ ਨਾਲ, ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ? ਹੁਣ ਜਿੱਦਾਂ ਪਾਵਰ ਬੈਂਕ ਦੀ ਜੇ ਕੇਸਿੰਗ ਬਾਹਰੋਂ ਲੈਣੇ, ਉਹ ਵੀ ਐਕਸਪੈਂਸਿਵ ਪੈ ਜਾਣਾ ਸੀ, ਫਿਰ ਕਿਸਾਨਾਂ ਨੂੰ ਫਿਰ ਫ੍ਰੀ ਦਾ ਪ੍ਰੋਵਾਈਡ ਨਹੀਂ ਕੀਤਾ ਜਾਣਾ ਸੀ। ਅਤੇ ਫਿਰ ਇਹ ਸੋਚਿਆ ਕਿ ਵੁਡਨ ਨਾ ਲੱਕੜ ਦਾ ਕਰ ਲਈਏ। ਕਿਸੇ ਨੇ ਮੈਨੂੰ ਕਈ ਲੋਕਾਂ ਨੇ ਸੁਝਾਅ ਦਿੱਤਾ ਸੀ ਕਿ ਲੱਕੜ ਦਾ ਕਰ ਲਓ, ਬਟ ਉਹ ਮਤਲਬ ਸਦਾ ਬਾਹਰ ਨਹੀਂ ਹੋ ਸਕਦਾ ਸੀ, ਵਾਟਰਪ੍ਰੂਫ ਨਹੀਂ ਰਹਿੰਦਾ ਸੀ, ਉਹ ਮਤਲਬ ਬਹੁਤ ਜ਼ਿਆਦਾ ਰਿਸਕਿੰਗ ਵੀ ਸੀ। ਫਿਰ ਇਹ ਸੋਚਿਆ ਮੈਟਲ ਦਾ ਕਰ ਲਈਏ। ਕਈ ਲੋਕ ਕਹਿੰਦੇ ਜ਼ਿਆਦਾ ਮੈਟਲ ਦੀ ਬੜੇ ਫਿਨਿਸ਼ ਆਉਂਦੇ, ਉਹਦੇ ਬੜੇ ਆਉਣੇ, ਬਟ ਉਹ ਫਿਰ ਸ਼ੌਕ ਪ੍ਰੂਫ ਨਹੀਂ ਹੋਣਾ ਸੀ ਅਤੇ ਡੈਂਟ ਪ੍ਰੂਫ ਵੀ ਨਹੀਂ ਹੋਣਾ, ਅਤੇ ਉਹਦੀ ਕੋਸਟਿੰਗ ਵੀ ਵੱਧ ਜਾਣੀ ਜਦੋਂ ਬਾਹਰੋਂ ਉਹਦਾ ਮੋਲਡ ਕਰਾਉਣਾ ਸੀ। ਅਤੇ ਜਿਹੜਾ ਸਭ ਤੋਂ ਚੀਪੈਸਟ ਲੱਗਾ ਅਤੇ ਅਵੇਲੇਬਲ ਲੱਗਾ, ਉਹ ਪਾਈਪ ਲੱਗਿਆ ਨੂੰ ਪੀਵੀਸੀ ਪਾਈਪ, ਕਿ ਈਜ਼ੀਲੀ ਹਰ ਸ਼ੌਪ 'ਚ ਅਵੇਲੇਬਲ ਹੋ ਜਾਂਦੇ, ਸੈਂਟਰੀ ਕੋਈ ਵੀ, ਸਭ ਚੀਪੈਸਟ ਵੀ ਆ, ਅਤੇ ਸ਼ੌਕ ਪ੍ਰੂਫ ਵੀ ਹੈ, ਸਦਾ ਬਾਹਰ ਵੀ ਹੈ, ਪਾਣੀ ਨਾਲ ਉਹਨੂੰ ਕੁਛ ਨਹੀਂ ਹੋਣਾ, ਸ਼ੌਕ ਪ੍ਰੂਫ ਵੀ ਹੈ, ਫਲੈਕਸੀਬਲ ਵੀ ਹੈ, ਕਦੇ ਗਿਰੂਗਾ ਵੀ ਅਤੇ ਮਤਲਬ ਬ੍ਰੇਕ ਨਹੀਂ ਜਲਦੀ ਹੋਊਗਾ। ਜੀ ਬਿਲਕੁਲ। ਸੋ ਜੁਗਾੜ ਲਾ ਕੇ ਜਿਹੜਾ ਪਾਵਰ ਬੈਂਕ ਹੈ ਤਿਆਰ ਕੀਤਾ ਗਿਆ, ਪਲਾਸਟਿਕ ਦੀ ਪਾਈਪ ਨੂੰ ਮੋਲਡ ਕਰਕੇ ਜਿਹੜਾ ਪਾਵਰ ਬੈਂਕ ਹੈ ਤਿਆਰ ਕੀਤਾ ਗਿਆ। ਬੱਚੇ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਤੇ ਹਾਂ। ਕੀ ਨਾਮ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਰੋਸ਼ਨ ਸਿੰਘ ਹੈ ਜੀ। ਜਦੋਂ ਬੱਚੇ ਦੇ ਦਿਮਾਗ 'ਚ ਆਈਡੀਆ ਆਇਆ ਕਿ ਮੈਂ ਪਾਵਰ ਬੈਂਕ ਤਿਆਰ ਕਰਨਾ, ਤਾਂ ਤੁਹਾਡੇ ਨਾਲ ਗੱਲ ਜਦੋਂ ਕੀਤੀ ਹੋਏਗੀ, ਫਿਰ ਕੀ ਤੁਸੀਂ ਮੰਨ ਗਏ ਫਸਟ ਟਾਈਮ 'ਚ, ਜਾਂ ਪਹਿਲੇ ਨਾ ਕੀਤਾ ਕਿ ਛੱਡ ਬੱਚਾ ਕਿੱਥੇ ਨੇ ਚੱਕਰਾਂ 'ਚ ਪਏਗਾ? ਨਹੀਂ, ਪਹਿਲੋਂ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਨਹੀਂ ਕਰ ਸਕੂੰਗਾ। ਜਦੋਂ ਇਹਨੇ ਕਿਹਾ ਸੀ ਕਿ ਮੈਂ ਪਾਵਰ ਬੈਂਕ ਬਣਾਉਣਾ ਚਾਹੁੰਦਾ ਜਾਂ ਟਰਾਈ ਕਰਨਾ ਚਾਹੁੰਦਾ, ਮੈਨੂੰ ਲੱਗਿਆ ਕਿ ਚਲੋ ਰੁਕਦੇ ਹਾਂ, ਕਿ ਥੋੜ੍ਹੀ ਪੇਮੈਂਟ ਪੂਮੈਂਟ ਮੇਰੀ ਆਉਣ ਵਾਲੀ ਦੁੱਧ ਦੀ ਇੱਧਰ ਉੱਧਰੋਂ, ਕਿ ਚਲੋ ਵੇਖਾਂਗੇ ਆਪਾਂ ਬਾਜ਼ਾਰ 'ਚੋਂ ਸੋਰਸ ਕਰਕੇ, ਜੇ ਕਹਿੰਦਾ ਤਾਂ ਆਪਾਂ ਕੁਛ ਜਾ ਕੇ 2-4 ਪੀਸ 8-10 ਪੀਸ ਲੈ ਕੇ ਬਾਹਰੋਂ ਸਸਤੇ ਲੈ ਕੇ ਵੰਡ ਦਾਂਗੇ। ਪਰ ਫਿਰ ਇਹਨੇ, ਜਦੋਂ ਮੈਂ ਵਾਪਸ ਇੱਕ ਦਿਨ ਸ਼ਾਮੀ ਘਰ ਆਇਆ, ਅਤੇ ਇਹਨੇ ਮੇਰੇ ਆਉਂਦਿਆਂ ਨੂੰ ਇਹਨੇ ਆਪਣੀ ਪਿਗੀ ਬੈਂਕ ਤੋੜੀ ਸੀ। ਉਹ 'ਚ 2000 ਰੁਪਈਆ ਹੈਗਾ ਸੀ, ਅਤੇ ਉਹ ਤੋੜ ਕੇ ਇਹਨੇ ਮੈਨੂੰ ਨਾਲ ਲਿਸਟ ਦਿੱਤੀ ਕਿ ਯਾਰ ਪਾਪਾ ਪੈਸੇ। ਮੈਂ ਕਿਹਾ ਪੈਸੇ ਕਿੱਥੋਂ ਆ? ਫਿਰ ਵੇਖਿਆ ਤੇ ਪਿਗੀ ਬੈਂਕ ਟੁੱਟੀ ਪਈ। ਅਤੇ ਉਹ ਜਦੋਂ ਇਹਨੇ ਮੇਰੇ ਅੱਗੇ ਪੈਸੇ ਰੱਖੇ, ਅਤੇ ਉਹ ਇੱਕ ਬਹੁਤ ਅੰਦਰੋਂ ਮਤਲਬ ਝੰਜੋੜਨ ਵਾਲੀ ਸੀ, ਆਤਮਾ ਨੂੰ ਝੰਜੋੜਨ ਵਾਲੀ ਸੀ ਉਹ ਸੀਨ, ਜਿਹੜੀ ਕਿ ਉਹ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਉਹਦੇ ਬਾਅਦ ਮੈਨੂੰ ਲੱਗਾ ਕਿ ਨਹੀਂ, ਇੰਨਾ ਜ਼ਿਆਦਾ ਜਜ਼ਬਾ ਕਿ ਆਪਣੇ ਇਹਨੇ ਆਪਣੇ ਵਾਸਤੇ ਨਹੀਂ ਕਿਹਾ ਕਿ ਮੈਨੂੰ ਆ ਕੋਈ ਸ਼ਾਪਿੰਗ ਕਰਨੀ ਆ ਜਾਂ ਕੁਛ ਚੀਜ਼ ਲਿਆ ਕੇ ਦਿਓ। ਅਤੇ ਫਿਰ ਉਦੋਂ ਤੋਂ ਬਾਅਦ ਫਿਰ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਆਪਾਂ ਇਸ ਪਾਸੇ ਲੱਗੇ ਰਹੇ ਜੀ। ਕਿੰਨੀ ਕੁ ਖੁਸ਼ੀ ਮਿਲੀ ਜਦੋਂ ਬੱਚੇ ਨੇ ਪਾਵਰ ਬੈਂਕ ਤਿਆਰ ਕੀਤੇ ਪਹਿਲਾ, ਦੂਸਰਾ, ਤੇ ਉਹ ਕਿਸਾਨੀ ਅੰਦੋਲਨ 'ਚ ਜਾ ਕੇ ਕਿਸਾਨਾਂ ਨੇ ਇਸਤੇਮਾਲ ਕੀਤਾ, ਕਿੰਨੀ ਕੁ ਖੁਸ਼ੀ ਮਿਲੀ? ਇਹ ਬਹੁਤ ਵਧੀਆ ਖੁਸ਼ੀ ਸੀ, ਜਿਹੜੀ ਖਾਸ ਕਰਕੇ ਜਿਹੜੀ ਕਿਸਾਨਾਂ ਦੇ ਚਿਹਰੇ 'ਤੇ ਜਿਹੜੀ ਖੁਸ਼ੀ ਆਉਂਦੀ ਹੈ, ਜਦੋਂ ਵੇਖੋ ਹੁਣ ਸਰਕਾਰ ਹਰ ਪਾਸੋਂ ਕੋਸ਼ਿਸ਼ ਕਰ ਰਹੀ ਕਿ ਇਹਨਾਂ ਦੀ ਕਨੈਕਟੀਵਿਟੀ ਬੰਦ ਹੋ ਜਾਏ, ਜੈਮਰ ਲਾਤੇ ਆ ਉੱਥੇ, ਕਈ ਕੁਛ ਕਰਦੀ ਹੈ, ਮਤਲਬ ਕਿ ਜਦੋਂ ਕਿ ਸ਼ਾਂਤੀਪੂਰਨ ਧਰਨਾ ਦੇਣਾ ਜਿਹੜਾ ਹਰ ਬੰਦੇ ਦਾ ਹੱਕ ਆ, ਹਰ ਸੰਵਿਧਾਨ ਨੂੰ ਹੱਕ ਦਿੰਦਾ। ਇਹਨਾਂ ਨੇ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਟੋਇਲਟਾਂ ਉੱਥੋਂ ਚੁਕਾਈਆਂ, ਬਹੁਤ ਕੁਛ ਕੀਤਾ ਸਰਕਾਰ ਨੇ ਆਪਣੇ ਵੱਲੋਂ ਕਿ ਧਰਨਾ ਚੁੱਕਿਆ ਜਾਵੇ। ਪਰ ਅਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦਾ ਧਰਨਾ ਨਾ ਟੁੱਟੇ, ਉਹਨਾਂ ਦਾ ਭਰੋਸਾ ਵਿਸ਼ਵਾਸ ਵੀ ਨਾ ਟੁੱਟੇ। ਅਤੇ ਜਦੋਂ ਕਿਸਾਨਾਂ ਦੇ ਚਿਹਰੇ 'ਤੇ ਜਦੋਂ ਖੁਸ਼ੀ ਮਿਲਦੀ ਹੈ, ਆਪਣੇ ਘਰਦਿਆਂ ਨਾਲ ਗੱਲ ਕਰਕੇ, ਜਦੋਂ ਫੋਨ ਉਹਨਾਂ ਦੇ ਚਾਰਜ ਲੱਗੇ ਹੁੰਦੇ ਆ, ਫੋਨ ਉਹਨਾਂ ਦਾ ਬੈਟਰੀ ਹੁੰਦੀ ਹੈ, ਕਿਉਂਕਿ ਅਸੀਂ ਕਈ ਵਾਰ ਵੇਖਦੇ ਸੀ, ਜਾਂਦੇ ਸੀ ਜੋ ਧਰਨਿਆਂ 'ਤੇ, ਕਈ ਕਿਸਾਨ ਸਾਡੇ ਕੋਲ, ਮੇਰੇ ਕੋਲ ਆ ਜਾਂਦੇ ਸੀ ਇੱਦਾਂ ਕਿ ਭਾਜੀ ਆ ਫੋਨ ਮਿਲਾਇਓ, ਇੱਕ ਘਰ ਗੱਲ ਨਹੀਂ ਹੋਈ, 2-3 ਦਿਨ ਹੋਏ। ਅਤੇ ਉਹ ਮੈਂ ਕਈ ਵਾਰ ਫੋਨ ਮਿਲਾ ਦੇਣਾ ਉਸੇ ਵੇਲੇ ਕੱਢ ਕੇ, ਕਿ ਉਹਨਾਂ ਦੇ ਫੋਨ ਬੈਟਰੀ ਡੈਡ ਹੁੰਦੀ ਕਿਸਾਨਾਂ ਦੇ, ਅਤੇ ਉਹ ਅਨਨੋਨ ਨੰਬਰ ਇੱਕ ਘਰ ਦੇ ਕਈ ਵਾਰ ਫੋਨ ਚੁੱਕਦੇ ਵੀ ਨਹੀਂ, ਅਤੇ ਫਿਰ ਹੋਰ ਬੰਦਾ ਆ ਜਾਂਦਾ ਟੈਨਸ਼ਨ ਕਿ ਘਰ ਦੇ ਫੋਨ ਕਿਉਂ ਨਹੀਂ ਚੁੱਕਣ ਡੇ, ਗੱਲ ਕਿਉਂ ਨਹੀਂ ਹੋਣ ਡੀ। ਅਤੇ ਉਹ ਦੋਵੇਂ ਬੰਨੇ ਟੈਨਸ਼ਨ ਹੁੰਦੀ ਆ। ਉਹ ਜਿਹੜਾ ਕਿਸਾਨ ਜਿਹੜਾ ਬਾਰਡਰਾਂ 'ਤੇ ਆਪਣੇ ਘਰ ਛੱਡ ਕੇ ਬੈਠਾ, ਘਰ ਪਰਿਵਾਰ ਛੱਡ ਕੇ, ਪਰਿਵਾਰ ਨੂੰ ਹੋਣੀ ਟੈਨਸ਼ਨ ਹੁੰਦੀ। ਅਤੇ ਹੁਣ ਜਦੋਂ ਪਰਿਵਾਰ ਨਾਲ ਗੱਲ ਕਰਕੇ ਕਿਸਾਨ ਦੇ ਚਿਹਰੇ 'ਤੇ ਮੁਸਕਾਨ ਵੇਖੀ ਦੀ ਕਿ ਹਾਂ, ਉਹ ਜਿਹੜੀ ਸਭ ਤੋਂ ਵੱਡੀ ਸਾਡੀ ਜਿਹੜੀ ਉਹ ਅਸੀਂ ਸੋਚਦੇ ਕਿ ਸਾਨੂੰ ਵਾਪਸ ਆ ਗਿਆ।
ਇੱਕ ਗੱਲ ਕਰੀਏ ਤਾਂ ਕੋਸਟ ਜਿਹੜਾ ਬੱਚੇ ਨੇ ਦੱਸਿਆ ਕਿ 450 ਰੁਪਏ ਕੋਸਟ ਤੁਹਾਨੂੰ ਘਰ ਕਰ ਰਿਹਾ ਉਹ ਪਾਵਰ ਬੈਂਕ। ਤਾਂ ਜਿਹੜੇ ਇੱਕ ਪੈਸੇ ਲੱਗਦੇ ਪਏ ਪਾਵਰ ਬੈਂਕਾਂ ਦੇ ਉੱਤੇ, ਬਹੁਤ ਸਾਰੇ ਉਹਨੇ ਬੱਚੇ ਨੇ ਦੱਸਿਆ ਕਿ ਅਣਗਿਣਤ ਜਿਹੜੇ ਪਾਵਰ ਬੈਂਕ ਉਹ ਭੇਜ ਚੁੱਕੇ ਆ ਤੇ ਹੋਰ ਤਿਆਰ ਕਰ ਰਿਹਾ। ਤਾਂ ਜਿਹੜੇ ਪੈਸੇ ਲੱਗਦੇ ਕਿ ਕੋਈ ਸੰਸਥਾ ਤੁਹਾਨੂੰ ਦੇ ਰਹੀ ਹੈ ਪੈਸੇ, ਜਾਂ ਕਿਸਾਨ ਅੰਦੋਲਨ 'ਚੋਂ ਪੈਸੇ ਤੁਹਾਨੂੰ ਆ ਰਹੇ ਆ, ਜਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਲਾ ਰਹੇ ਜੀ? ਨਹੀਂ ਇਹੋ ਜਿਹਾ ਕੋਈ ਨਹੀਂ ਜੀ, ਕੋਈ ਸੰਸਥਾ ਵੱਲੋਂ ਜਾਂ ਕਿਸੇ ਇੱਧਰੋਂ ਨਹੀਂ ਆ ਰਿਹਾ ਅੰਦੋਲਨ 'ਚ, ਅਸੀਂ ਨਹੀਂ ਲੈ ਰਹੇ ਕੋਈ ਪੈਸਾ। ਅਸੀਂ ਆਪਣੀ ਕਿਰਤ ਕਮਾਈ 'ਚੋਂ ਜੋ ਵੀ ਸਾਡੀ ਸੇਵਿੰਗ ਹੁੰਦੀ ਹੈ, ਘਰ ਦੀ ਸਾਡੀ ਫੈਮਿਲੀ ਦੀ ਸੇਵਿੰਗ ਆ, ਉਹੀ ਅਸੀਂ ਲਗਾ ਰਹੇ ਹਾਂ। ਅੱਗੇ ਵੀ ਲਗਾਉਂਦੇ ਰਵਾਂਗੇ ਜਿੰਨੇ ਚਿਰ ਤੱਕ ਜਜ਼ਬਾ, ਜਦੋਂ ਕਿਸਾਨ ਅੰਦੋਲਨ ਜਿੰਨੇ ਚਿਰ ਤੱਕ ਨਹੀਂ ਚੱਲਿਆ, ਉਨੇ ਚਿਰ ਤੱਕ ਜਿੱਦਾਂ ਵੀ ਹੋ ਸਕੇ, ਸਿਰਫ ਪਾਵਰ ਬੈਂਕ ਨਹੀਂ, ਹੋਰ ਵੀ ਹੋ ਸਕੇ ਸੇਵਾ ਕਰਦੇ ਰਵਾਂਗੇ। ਈਵਨ ਕਿ ਇੱਥੋਂ ਤੱਕ ਮੈਨੂੰ ਕਹਿ ਦਿੱਤਾ ਕਿ ਆਪਣੀ ਕੋਈ ਨਹੀਂ ਲੱਗਾ ਰਹੋ, ਆਪਣੀ ਗੱਡੀ ਵੇਚਣੀ ਪਈ ਮੈਂ ਆਪਣੀ ਗੱਡੀ ਵੇਚ ਦੂੰਗਾ, ਕਿ ਮਤਲਬ ਜਿੰਨਾ ਹੋ ਸਕੇ ਅਸੀਂ ਆਪਣੇ ਇਹਦਾ ਕੰਮ ਇਹ ਟੁੱਟਣ ਨਹੀਂ ਦੇਣਾ, ਇਹਦਾ ਸੁਪਨਾ ਟੁੱਟਣ ਨਹੀਂ ਦੇਣਾ। ਜੀ ਬਿਲਕੁਲ ਬਿਲਕੁਲ। ਸੋ ਇਹ ਸੀ ਰੋਸ਼ਨ ਸਿੰਘ, ਜਿਨ੍ਹਾਂ ਦੇ ਬੇਟੇ ਵੱਲੋਂ ਪਾਵਰ ਬੈਂਕ ਜਿਹੜੇ ਆ ਉਹ ਤਿਆਰ ਕੀਤੇ ਜਾ ਰਿਹਾ। ਸੋ ਜਜ਼ਬਾ ਪਰਿਵਾਰ ਦਾ ਪੂਰਾ ਹੈ। ਰੋਸ਼ਨ ਸਿੰਘ ਦਾ ਕਹਿਣਾ ਹੈ ਕਿ ਹੁਣ ਬੱਚਾ ਪਾਵਰ ਬੈਂਕ ਤਿਆਰ ਕਰ ਰਿਹਾ, ਅਗਰ ਸਾਡੇ ਕੋਲ ਪੈਸਿਆਂ ਦੀ ਕਮੀ ਆਏਗੀ ਤੇ ਆਪਣੀ ਕਾਰ ਜਿਹੜੀ ਹੈ ਉਹ ਸੇਲ ਕਰਕੇ ਜਿਹੜੀ ਉਹਦੇ ਪੈਸੇ ਹੋਣਗੇ ਉਹਦੇ ਪਾਵਰ ਬੈਂਕ ਬਣਾ ਕੇ ਕਿਸਾਨਾਂ ਨੂੰ ਦਿੱਤੇ ਜਾਣਗੇ, ਤਾਂ ਜੋ ਜਿਹੜਾ ਦਿੱਲੀ ਕਿਸਾਨੀ ਮੋਰਚਾ ਜਿਹੜਾ ਚੱਲ ਰਿਹਾ ਹੈ ਉਹਦੀ ਜਿੱਤ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਕਿਸਾਨਾਂ ਦੀ ਸੇਵਾ 'ਚ ਇਹਨਾਂ ਦਾ ਪਰਿਵਾਰ ਵੀ ਹਾਜ਼ਰ ਰਹੇਗਾ। ਫਿਲਹਾਲ ਇਹਨਾਂ ਦੇ ਬੱਚੇ ਵੱਲੋਂ ਪਾਵਰ ਬੈਂਕ ਜਿਹੜੇ ਆ ਉਹ ਤਿਆਰ ਕਰਕੇ ਕਿਸਾਨੀ ਅੰਦੋਲਨ ਵਾਸਤੇ ਦਿੱਲੀ ਬਾਰਡਰ ਤੇ ਭੇਜੇ ਜਾ ਰਹੇ ਆ। ਮੁਕੇਸ਼ ਮਹਿਰਾ, ਜੀ ਪ੍ਰਾਈਮ ਅਮਰੀਕਾ, ਅੰਮ੍ਰਿਤਸਰ।